ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਵਰਦੇਵ ਸਿੰਘ ਨੌਨੀਮਾਨ ਦੇ ਹੱਕ ਵਿੱਚ ਲਖੋਕੇ ਪਹੁੰਚੇ ਸੁਖਬੀਰ ਬਾਦਲ ਦੇ ਆਉਣ ਤੇ ਪਾਰਟੀ ਵਰਕਰਾਂ ਵਿੱਚ ਵੱਡਾ ਉਤਸ਼ਾਹ। ਹਰਪਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਨੌਜਵਾਨਾਂ ਦਾ ਆਇਆ ਹੜ੍ਹ। पंचकुला थाने च एक बजुर्ग व्यक्ति की ਕੀਤੀ ਗਈ ਕੁੱਟਮਾਰ। बजुर्ग ने थाना कर्मियों ते लगाए कुੱਟਮਾਰ ਦੇ इल्जाम। एएसआई समेत एसएचओ ਨੂੰ ਕੀਤਾ ਗਿਆ ਲਾਈਨ ਹਾਜ਼ਰ। अफगानिस्तान ते कब्जा बनाई रखने ਲਈ तालिबान सामने खड़ा होया नकदी संकट। तालिबान ਦੇ सामने खड़ी हुई ਵੱਡੀ चुनौती। तालिबान ਨੂੰ ਸਤਾਉਣ ਲੱਗੀ चिंता। सुरक्षा दस्तियां दे हथ लगी वड्डी सफलता। जैशे मुहम्मद के 3 अतवादियों ਨੂੰ ਕੀਤਾ ਗਿਆ ਢੇਰ। पुलिस ने गुप्त सूचना के आधार पर ਕੀਤਾ ਸੀ ट्रेस। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਵੱਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਸਥਾਨਾਂ ਤੇ ਪਹੁੰਚ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਗੁਰੂ ਹਰਸਹਾਏ ਤੋਂ ਫਿਰ ਵਰਦੇਵ ਸਿੰਘ ਨੌਨੀਮਾਨ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਵਰਦੇਵ ਸਿੰਘ ਨੌਨੀਮਾਨ ਗੁਰੂ ਹਰਸਹਾਏ ਹਲਕੇ ਤੋਂ ਪਹਿਲਾਂ ਵੀ 2 ਵਾਰ ਚੋਣ ਲੜ ਚੁੱਕੇ ਨੇ ਪਰ ਸਫਲ ਨਹੀਂ ਹੋ ਸਕੇ। ਪਰ ਇਸ ਵਾਰ ਹਲਕੇ ਦੇ ਲੋਕਾਂ ਦੀ ਸਪੋਰਟ ਨੂੰ ਦੇਖਦੇ ਹੋਏ ਨੌਨੀਮਾਨ ਵੱਲੋਂ ਹਲਕਾ ਫਤਿਹ ਕਰਨਾ ਸੰਭਾਵੀ ਹੋ ਚੁੱਕਿਆ ਹੈ। ਨੌਜਵਾਨ ਵਰਗ ਵੱਧ ਚੜ੍ਹ ਕੇ ਉਹਨਾਂ ਦੀ ਸਪੋਰਟ ਦੇ ਲਈ ਅੱਗੇ ਆ ਰਹੇ ਨੇ। ਹਲਕਾ ਗੁਰੂ ਹਰਸਹਾਏ ਦੇ ਵੱਖ-ਵੱਖ ਸਥਾਨਾਂ ਤੇ ਰੱਖੇ ਪ੍ਰੋਗਰਾਮਾਂ ਤਹਿਤ ਲਖੋਕੇ ਬਹਿਰਾਮ ਦੇ ਨਿੱਜੀ ਪੈਲੇਸ 'ਚ ਰੱਖੇ ਗਏ ਪ੍ਰੋਗਰਾਮ ਤੇ ਹਰਪਿੰਦਰ ਸਿੰਘ ਮਾਨ ਦੀ ਅਗਵਾਈ ਹੇਠਾਂ ਨੌਜਵਾਨਾਂ ਦਾ ਹੜ੍ਹ ਆ ਗਿਆ। ਆਪਣੀ ਸਪੀਚ 'ਚ ਬੋਲਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਬੇਨਕਾਬ ਰਹੀ ਹੈ, ਜਿਸ ਕਾਰਨ ਲੋਕਾਂ ਦਾ ਕਾਂਗਰਸ ਪਾਰਟੀ ਤੋਂ ਵਿਸ਼ਵਾਸ ਟੁੱਟ ਗਿਆ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਦੇ ਚਹੇਤਿਆਂ ਵੱਲੋਂ ਪੂਰੇ ਪੰਜਾਬ ਵਿੱਚ ਗੁੰਡਾਗਰਦੀ ਫੈਲਾਈ ਜਾ ਰਹੀ ਹੈ। ਅਕਾਲੀ ਦਲ ਦੇ ਵਰਕਰਾਂ ਤੇ ਨਜਾਇਜ਼ ਪਰਚੇ ਕਰਵਾਏ ਜਾ ਰਹੇ ਨੇ, ਜਿਨ੍ਹਾਂ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਆਉਂਦੇ ਸਾਰ ਹੀ ਦੇਵੇਗਾ। ਨਜਾਇਜ਼ ਪਰਚੇ ਕਰਾਉਣ ਤੇ ਨਜਾਇਜ਼ ਪਰਚੇ ਕਰਨ ਵਾਲੇ ਅਫਸਰਾਂ ਨੂੰ ਸਬਕ ਸਿਖਾਵੇਗੀ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਉੱਚ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਦੀ ਟ੍ਰੇਨਿੰਗ ਤਹਿਤ ਪੰਜਾਬ ਦੇ ਨੌਜਵਾਨਾਂ ਦੀ ਚੋਣ ਕਰਕੇ ਪੰਜਾਬ ਅੰਦਰ ਵੱਖ-ਵੱਖ ਪਿੰਡਾਂ ਵਿੱਚ ਉੱਚ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਜਾਵੇਗਾ ਤੇ ਹਲਕਾ ਗੁਰੂ ਹਰਸਹਾਏ ਦੇ ਮੌਜੂਦਾ ਕਾਂਗਰਸ ਦੇ ਵਿਧਾਇਕ ਤੇ ਵੀ ਉਹਨਾਂ ਗੰਭੀਰ ਦੋਸ਼ ਲਾਏ। अफगानिस्तान ते अपने कंट्रोल ਨੂੰ ਮਜ਼ਬੂਤ ਬਣਾਉਣ ਵਿੱਚ ਤਾਲਿਬਾਨ ਦੇ ਸਾਹਮਣੇ ਬਹੁਤ ਵੱਡੀ ਚੁਣੌਤੀ ਪੇਸ਼ ਆ ਰਹੀ ਹੈ, ਉਹ ਹੈ ਪੈਸਾ। ਪਿਛਲੇ ਹਫਤੇ ਤੋਂ ਆਪਣੇ ਦਬਦਬੇ ਦੇ ਬਾਵਜੂਦ ਤਾਲਿਬਾਨ ਦੀ ਸੈਂਟਰਲ ਬੈਂਕ ਤੇ ਅੰਤਰਰਾਸ਼ਟਰੀ ਮੁਦਰਾ ਦੇ ਅਰਬਾਂ ਡਾਲਰ ਤੱਕ ਪਹੁੰਚ ਨਹੀਂ ਹੈ, ਜੋ ਇਸ ਉਥਲ-ਪੁਥਲ ਦੇ ਦੌਰ ਵਿੱਚ ਦੇਸ਼ ਨੂੰ ਚਲਾਉਣ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਇਹ ਪੈਸੇ ਮੁੱਖ ਰੂਪ ਨਾਲ ਅਮਰੀਕਾ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਕੰਟਰੋਲ ਵਿੱਚ ਨੇ। ਹੁਣ ਜਿਸ ਦ੍ਰਿਸ਼ਟੀ ਤੋਂ ਇਹ ਫਾਇਦੇ ਦਾ ਸੌਦਾ ਹੈ ਕਿ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਤੋਂ ਲੋਕਾਂ ਨੂੰ ਖਾਸ ਕਰਕੇ ਕੱਢਣ ਦਾ ਤਣਾਅਪੂਰਨ ਕੰਮ ਚੱਲ ਰਿਹਾ ਹੈ। ਅਮਰੀਕਾ ਵੱਲੋਂ ਅਫਗਾਨਿਸਤਾਨ ਤੋਂ ਆਪਣੇ ਫੌਜੀਆਂ ਦੀ ਵਾਪਸੀ ਦੀ 31 ਅਗਸਤ ਦੀ ਮਿਆਦ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੂੰ ਕੱਢਿਆ ਜਾਣਾ ਹੈ, ਪਰ ਤਾਲਿਬਾਨ ਕੋਲ ਇਸ ਫੰਡਿੰਗ ਤੱਕ ਪਹੁੰਚਣ ਲਈ ਕੋਈ ਸੰਗਠਨਾਤਮਕ ਢਾਂਚਾ ਨਹੀਂ ਹੈ। ਯਾਨੀ ਕਿ ਅਜਿਹੀਆਂ ਚੁਣੌਤੀਆਂ ਦਾ ਸੰਕੇਤ ਹੈ ਜੋ ਤਾਲਿਬਾਨ ਦੇ ਸਾਹਮਣੇ ਅਰਥ ਵਿਵਸਥਾ ਨੂੰ ਚਲਾਉਣ ਦੀ ਕੋਸ਼ਿਸ਼ ਵਿੱਚ ਖੜੀ ਹੋ ਸਕਦੀ ਹੈ। जम्मू कश्मीर च सुरक्षा दस्तियां दे हथ वड्डी सफलता लगी है। जम्मू कश्मीर दे पुलवामा जिले विच सुरक्षा दस्तियां नाल मुकाबले विच जैशे मुहम्मद दे 3 अतवादी मारे गए ने। पुलिस बुलारे ने दस्सिया कि पुलवामा विच अवंतीपोरा दे नागबेरन तराल दे जंगली खेतर विच अतवादियों की मौजूदगी की खुफिया सूचना मिली, जिस तो बाद जम्मू कश्मीर पुलिस, केंद्रीय रिजर्व पुलिस फोर्स और राष्ट्रीय राइफल्स के विशेष मुहिम समूह ने सवेर नूं एक संयुक्त घेरा ते तलाशी मुहिम शुरू की ते इन्हां अतवादियों नूं मार मुकाया।
ਕਮਰ ਮੋਹਸਿਨ ਸ਼ੇਖ ਜੋ ਹਰ ਸਾਲ ਪੀਐਮ ਮੋਦੀ ਨੂੰ ਰੱਖੜੀ ਮੌਕੇ ਪਾਕਿਸਤਾਨ ਤੋਂ ਭਾਰਤ ਰੱਖੜੀ ਭੇਜਦੀ ਹੈ ਅਤੇ ਅੱਜ ਉਹਨਾਂ ਦੀ ਪਛਾਣ ਪੀਐਮ ਮੋਦੀ ਦੀ ਭੈਣ ਦੇ ਵਜੋਂ ਹੁੰਦੀ ਹੈ। ਕਮਰ ਮੋਹਸਿਨ ਸ਼ੇਖ ਹਰ ਸਾਲ ਰੱਖੜੀ ਮੌਕੇ ਆਪਣੇ ਭਰਾ ਯਾਨੀ ਕਿ ਪੀਐਮ ਮੋਦੀ ਨੂੰ ਰੱਖੜੀ ਬੰਨ੍ਹਦੀ ਹੈ। ਇਸ ਸਾਲ ਵੀ ਉਹਨਾਂ ਨੇ ਤਿਉਹਾਰ ਤੋਂ ਪਹਿਲਾਂ ਹੀ ਪੀਐਮ ਮੋਦੀ ਤੱਕ ਆਪਣੀ ਰੱਖੜੀ ਪਹੁੰਚਾ ਦਿੱਤੀ ਹੈ। ਨਾਲ ਹੀ ਆਪਣੇ ਭਰਾ ਲਈ ਇੱਕ ਬੇहद ਭਾਵੁਕ ਪੱਤਰ ਵੀ ਲਿਖਿਆ। ਭਾਰਤ ਪਾਕਿਸਤਾਨ ਵਿਚਾਲੇ ਰਿਸ਼ਤੇ ਲੰਬੇ ਸਮੇਂ ਤੋਂ ਠੀਕ ਨਹੀਂ ਚੱਲ ਰਹੇ। ਦੋਨਾਂ ਦੇਸ਼ਾਂ ਨੂੰ ਇੱਕ ਦੂਜੇ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਦੋਨਾਂ ਦੇਸ਼ਾਂ ਵਿਚਾਲੇ ਹੋਈਆਂ ਜੰਗਾਂ ਵਿੱਚ ਕਈ ਫੌਜੀਆਂ ਦੇ ਨਾਲ ਹੀ ਆਮ ਨਾਗਰਿਕਾਂ ਨੇ ਵੀ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ, ਪਰ ਕੁਝ ਅਜਿਹੀ ਵੀ ਡੋਰ ਹੈ ਜਿਸ ਨੇ ਅੱਜ ਵੀ ਦੋਨਾਂ ਦੇਸ਼ਾਂ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਿਆ। ਅਜਿਹੀ ਇੱਕ ਡੋਰ ਹੈ ਰੱਖੜੀ, ਜਿਸ ਨੇ ਇਹਨਾਂ ਦੋ ਦੇਸ਼ਾਂ ਵਿੱਚ ਇੱਕ ਵਧੀਆ ਤੇ ਪਿਆਰਾ ਉਦਾਹਰਣ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਪਾਕਿਸਤਾਨੀ ਬੀਬੀ ਕਮਰ ਮੋਹਸਿਨ ਸ਼ੇਖ ਦੇ ਵਿੱਚ ਵੀ ਅਜਿਹਾ ਹੀ ਪਿਆਰਾ ਰਿਸ਼ਤਾ ਹੈ। ਇਸ ਦੇ ਨਾਲ ਹੀ ਸਮਾਂ ਹੋ ਚੱਲਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪੰਚਕੂਲਾ ਦੇ ਪਿੰਡ ਹੰਗੌਲਾ ਦੇ ਵਸਨੀਕਾਂ ਨੇ ਜ਼ਮੀਨੀ ਵਿਵਾਦ ਸੰਬੰਧੀ ਗੱਲਬਾਤ ਕਰਨ ਲਈ ਥਾਣੇ ਬੁਲਾਏ ਗਏ ਦਲਿਤ ਬਜ਼ੁਰਗ ਨਾਲ ਥਾਣੇ ਅੰਦਰ ਮਾਰ ਕੁਟਾਈ ਕੀਤੇ ਜਾਣ ਦੇ ਦੋਸ਼ ਲਗਾਏ ਨੇ। ਇਸ ਸੰਬੰਧੀ ਦੋਸ਼ ਲਗਾਉਂਦੇ ਹੋਏ ਰਾਏਪੁਰ ਰਾਣੀ ਥਾਣਾ ਅੰਦਰ ਲਹੂ ਲੁਹਾਨ ਹੋਈ ਲਗਭਗ 70 ਸਾਲਾ ਬਜ਼ੁਰਗ ਜੋ ਕਿ ਰਿਟਾਇਰਡ ਪ੍ਰਿੰਸੀਪਲ ਵੀ ਨੇ ਦੋਸ਼ ਲਗਾਇਆ ਕਿ ਜ਼ਮੀਨੀ ਵਿਵਾਦ ਨੂੰ ਗਲਤ ਢੰਗ ਨਾਲ ਸੁਲਝਾਉਣ ਲਈ ਰਾਏਪੁਰਨੀ ਦੇ ਥਾਣਾ ਮੁਖੀ ਤੇ ਸਹਾਇਕ ਥਾਣੇਦਾਰ ਸਮੇਤ ਕਈ ਪੁਲਿਸ ਕਰਮੀਆਂ ਨੇ ਉਹਨਾਂ ਦੀ ਮਾਰ ਕੁਟਾਈ ਕੀਤੀ। ਉਹਨਾਂ ਦੋਸ਼ ਲਾਇਆ ਕਿ ਇਸ ਜ਼ਮੀਨ ਸੰਬੰਧੀ ਅਦਾਲਤ ਵਿੱਚ ਕੇਸ ਵੀ ਵਿਚਾਰ ਅਧੀਨ ਹੈ, ਜਿਸ ਸੰਬੰਧੀ ਹੁਣ ਤੱਕ ਕੋਈ ਵੀ ਅਦਾਲਤ ਵੱਲੋਂ ਫੈਸਲਾ ਨਹੀਂ ਸੁਣਾਇਆ ਗਿਆ। ਪਰ ਪੁਲਿਸ ਮਿਲੀ ਭੁਗਤ ਨਾਲ ਦੂਸਰੀ ਪਾਰਟੀ ਨੂੰ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਕਾਰਨ ਥਾਣੇ ਬੁਲਾ ਕੇ ਉਹਨਾਂ ਨਾਲ ਮਾਰ ਕੁਟਾਈ ਕਰਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਰ ਕੁਟਾਈ ਦੀ ਸੂਚਨਾ ਮਿਲਦੇ ਹੀ ਸੈਂਕੜੇ ਸਥਾਨਕ ਲੋਕ ਪੁਲਿਸ ਸਟੇਸ਼ਨ ਅੱਗੇ ਇਕੱਠੇ ਹੋ ਗਏ ਤੇ ਥਾਣੇ ਨੂੰ ਘੇਰ ਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਵਿਗੜਦਾ ਦੇਖ ਦੇਰ ਰਾਤ ਮੌਕੇ ਤੇ ਪਹੁੰਚੇ ਐਸਪੀ ਪੰਚਕੂਲਾ ਵਿਜੇ ਨਹਿਰਾ ਨੇ ਥਾਣਾ ਮੁਖੀ ਯਸ਼ਦੀਪ ਸਿੰਘ ਤੇ ਸਹਾਇਕ ਥਾਣੇਦਾਰ ਦੇਵੀ ਲਾਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਤੇ ਬਜ਼ੁਰਗ ਸਮੇਤ ਜ਼ਖਮੀ ਹੋਏ ਹੋਰ ਲੋਕਾਂ ਨੂੰ ਡਾਕਟਰੀ ਮੁਆਇਨੇ ਲਈ ਸੈਕਟਰ 6 ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਪਾਕਿਸਤਾਨ ਵਿੱਚ ਲੰਮੇ ਸਮੇਂ ਤੋਂ ਸ਼ਰਨ ਲਈ ਬੈਠੇ ਖਤਰਨਾਕ ਅੱਤਵਾਦੀ ਦਾਊਦ ਇਬਰਾਹਿਮ ਦੀ ਪਾਕਿਸਤਾਨੀ ਪ੍ਰੇਮਿਕਾ ਸਾਹਮਣੇ ਆਈ ਹੈ। ਮਹਿਵੀਜ਼ ਹਯਾਤ ਨਾਮ ਦੀ ਇਹ ਲੜਕੀ ਪਾਕਿਸਤਾਨੀ ਫਿਲਮਾਂ ਵਿੱਚ ਕੰਮ ਕਰਦੀ ਹੈ ਤੇ ਮਾਡਲ ਵੀ ਹੈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਅਦਾਕਾਰਾ ਮਹਿਵੀਜ਼ ਹਯਾਤ ਲੰਮੇ ਸਮੇਂ ਤੋਂ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਸੰਪਰਕ ਵਿੱਚ ਹੈ ਤੇ ਉਸਨੇ ਖੁਦ ਹੀ ਹੁਣ ਆਪਣੇ ਦਾਊਦ ਨਾਲ ਰਿਸ਼ਤਿਆਂ ਨੂੰ ਸਵੀਕਾਰ ਕਰਕੇ ਕਿਹਾ ਕਿ ਦਾਊਦ ਦੀ ਉਹ ਚੰਗੀ ਦੋਸਤ ਹੈ। ਹਯਾਤ ਦੇ ਅਨੁਸਾਰ ਦਾਊਦ ਤੇ ਭਾਰਤ ਜਾਂ ਵਿਸ਼ਵ ਦੇ ਹੋਰ ਦੇਸ਼ਾਂ 'ਚ ਕਿੰਨੇ ਕੇਸ ਦਰਜ ਨੇ, ਇਸ ਨਾਲ ਉਸਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ। ਹਯਾਤ ਨੇ ਕਿਹਾ ਕਿ ਪਾਕਿਸਤਾਨ 'ਚ ਔਰਤਾਂ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਪ੍ਰਾਪਤ ਨਹੀਂ ਹੈ ਤੇ ਮੇਰੇ ਤੇ ਦਾਊਦ ਦੇ ਰਿਸ਼ਤਿਆਂ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਪੰਜਾਬ ਬੀਜੇਪੀ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਚੰਡੀਗੜ੍ਹ ਵਿਖੇ ਹੋਣ ਜਾ ਰਹੀ ਇਸ ਬੈਠਕ ਦੀ ਪ੍ਰਧਾਨਗੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕਰਨਗੇ, ਜਿਸ ਦੌਰਾਨ 2022 ਦੀਆਂ ਪੰਜਾਬ ਚੋਣਾਂ ਨੂੰ ਲੈ ਕੇ ਮੰਥਨ ਕੀਤਾ ਜਾਵੇਗਾ। ਦੂਜੇ ਪਾਸੇ ਪਾਰਟੀ ਛੱਡ ਕੇ ਜਾ ਰਹੇ ਲੀਡਰਾਂ ਬਾਰੇ ਵੀ ਚਰਚਾ ਸੰਭਵ ਹੈ। ਦੱਸ ਦਈਏ ਕਿ ਬੀਤੇ ਦਿਨੀ 13 ਹਿੰਦੂ ਚਿਹਰੇ ਅਨਿਲ ਜੋਸ਼ੀ ਸਣੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸੀ, ਜਿਸ ਤੇ ਵੀ ਚਰਚਾ ਹੋ ਸਕਦੀ ਹੈ। ਪੰਚਕੂਲਾ ਨਗਰ ਨਿਗਮ ਵੱਲੋਂ ਸੀਵਰੇਜ ਲਾਈਨਾਂ ਪਾਉਣ ਲਈ ਕੀਤੀ ਜਾ ਰਹੀ ਖੁਦਾਈ ਦੇ ਖੱਡੇ ਵਿੱਚ ਅਚਾਨਕ ਮਿੱਟੀ ਦੀਆਂ ਢਿੱਗਾਂ ਗਿਰਨ ਕਾਰਨ 3 ਮਜ਼ਦੂਰ ਮਿੱਟੀ ਹੇਠਾਂ ਦਬ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਤੇ 2 ਜ਼ਖਮੀ ਹੋ ਗਏ ਨੇ। ਮੌਕੇ ਤੋਂ ਹਾਸਲ ਹੋਈ ਜਾਣਕਾਰੀ ਅਨੁਸਾਰ ਪੰਚਕੂਲਾ ਦੇ ਵਾਰਡ ਨੰਬਰ 20 ਅਧੀਨ ਪੈਂਦੇ ਪਿੰਡ ਨੱਗਲ ਵਿਖੇ ਸੀਵਰੇਜ ਪਾਈਪਲਾਈਨ ਪਾਉਣ ਲਈ ਜੀਸੀਬੀ ਮਸ਼ੀਨ ਰਾਹੀਂ ਖੁਦਾਈ ਕੀਤੀ ਜਾ ਰਹੀ ਸੀ ਕਿ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਕਾਰਨ ਮਿੱਟੀ ਹੇਠਾਂ 3 ਮਜ਼ਦੂਰ ਦਬ ਗਏ, ਜਿਨ੍ਹਾਂ ਨੂੰ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਕਰੀਬ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ 2 ਮਜ਼ਦੂਰਾਂ ਰਾਜੂ ਤੇ ਰਾਜ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਪੰਚਕੂਲਾ ਸਥਿਤ ਸੈਕਟਰ 6 ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਦੋਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂ ਕਿ ਤੀਜੇ ਮਜ਼ਦੂਰ ਰਾਮ ਮੁਖੀਆ ਵਾਸੀ ਬਿਹਾਰ ਉਮਰ 65 ਸਾਲ ਨੂੰ ਬਾਹਰ ਕੱਢਣ ਵਿੱਚ ਕਰੀਬ 4 ਘੰਟੇ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਤਿੰਨੋਂ ਮਜ਼ਦੂਰ ਪੰਚਕੂਲਾ ਨਗਰ ਨਿਗਮ ਦੇ ਠੇਕੇਦਾਰ ਕੋਲ ਕੰਮ ਕਰਦੇ ਸਨ ਅਤੇ ਮੂਲ ਰੂਪ ਵਿੱਚ ਬਿਹਾਰ ਦੇ ਨਿਵਾਸੀ ਸਨ। ਉਧਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
बीएसएफ ਤੇ ਪੰਜਾਬ ਪੁਲਿਸ ਵੱਲੋਂ ਚਲਾਈ ਸਾਂਝੀ ਮੁਹਿੰਮ ਤਹਿਤ ਭਾਰਤ ਪਾਕਿਸਤਾਨ ਸਰਹੱਦ ਨੇੜੇ 40 ਕਿਲੋ ਹੈਰੋਇਨ 190 ਗ੍ਰਾਮ ਅਫੀਮ ਤੇ ਇੱਕ ਪਲਾਸਟਿਕ ਦੀ ਪਾਈਪ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਹੋਈ ਹੈ। ਇਸ ਮੌਕੇ बीएसएफ ਜਵਾਨਾਂ ਵੱਲੋਂ ਪਾਕਿਸਤਾਨੀ ਤਸਕਰਾਂ ਤੇ ਗੋਲੀਬਾਰੀ ਵੀ ਕੀਤੀ ਗਈ, ਪਰ ਹਨੇਰੇ ਦਾ ਫਾਇਦਾ ਚੁੱਕਦੇ ਉਹ ਭੱਜਣ ਵਿੱਚ ਕਾਮਯਾਬ ਹੋ ਗਏ। ਜਵਾਨਾਂ ਵੱਲੋਂ ਤਸਕਰਾਂ ਤੇ 62 ਦੇ ਕਰੀਬ ਫਾਇਰ ਕੀਤੇ ਗਏ। ਫੜੀ ਗਈ ਹੈਰੋਇਨ ਦੀ ਪੁਸ਼ਟੀ ਕਰਦੇ बीएसएफ ਦੇ ਸੈਕਟਰ ਗੁਰਦਾਸਪੁਰ ਦੇ DIG ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ बीएसएफ ਤੇ ਪੁਲਿਸ ਵੱਲੋਂ ਇਸ ਖੇਤਰ ਵਿੱਚ ਸਾਂਝੀ ਮੁਹਿੰਮ ਚਲਾਈ गई है ते फड़ी गई हेरोइन बीएसएफ ने कब्जे विच ले ली है। देश भर के नौजवानों ते आम नागरिकों को तंदुरुस्ती ते क्रियाशील जीवन शैली नाल जोड़ के सेहत ते खेडां दा सकारात्मक माहौल सिरजण दे उद्देश नाल शुरू की गई फिट इंडिया रन 2.0 मुहिम के दूजे साल दौरान जिला फतेहगढ़ साहिब विखे युवा मामले ते खेड मंत्रालय वालों यह रेस करवाई गई, जिस दौरान पिंड पद्धर के मनाए जाने वाले समागमां विच नौजवानों के समाज सेवक तंदुरुस्ती का संदेश देने लई शामिल हुए। इस दौड़ नूं करमजीत कौर खिडारी ने हरी झंडी दे के रवाना किया। पटियाला के एक निजी होटल विखे पंजाब एंड सिंध बैंक वालों ग्राहक मिलनी समागम करवाया गया। इस मौके जोनल मैनेजर सतबीर सिंह, चीफ मैनेजर यशपाल सिंह ते समूह स्टाफ ने शिरकत की। इस दौरान ग्राहकों को बैंक दी ਵੱਖ-ਵੱਖ स्कीमां बारे जानकारी दी गई। इस दौरान बैंक अधिकारियों ने अपना घर स्कीम हेठ बनाउण लई गोल्ड लोन ते अपना वाहन स्कीम हेठ गड्डी लैण लई यह स्कीम चलाई। उन्होंने दस्सिया कि यह लोन होरना बैंकों तो घट रेट ते दिता जा रहा है। उन्होंने दस्सिया कि यह लोन नाल ही घट समय विच पास भी हो जाता है। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। इस दे नाल ही खबरों का सिलसिला इत्थे समाप्त होंदा है। नवीं ते ताज़ा खबरों के नाल फिर हाजिर होवांगे। तद तक लिए इजाजत दिओ। धन्यवाद।